ਵਾਹਿਗੁਰੂ 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 ਵਾਹਿਗੁਰੂ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹਰ ਰਸ ਚੋਗ ਚੁਗੇ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਕਿਆ ਬਗ ਬਪੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬਪੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਅਚਲ ਬਟਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਮਿਲੇ। ਉਹਨਾਂ ਸਿੱਧਾਂ ਨੇ
ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਅਸੀਂ ਤਾਂ ਮਾਨ ਸਰੋਵਰ ਦੀ ਯਾਤਰਾ ਕਰਦੇ ਹਾਂ ਔਰ ਮਾਨ ਸਰੋਵਰ ਜਿੱਥੇ ਅਨੇਕ ਪ੍ਰਕਾਰ ਦੇ ਰਤਨ ਆਦਿਕ ਨੇ, ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਧਾਂ ਦੇ ਪਾਸੋਂ ਸੁਣ ਕਰਕੇ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਸੀ ਤੇ ਕਿਹਾ ਸੀ, ਸਿੱਧੋ ਸਾਡਾ ਮਾਨ ਸਰੋਵਰ ਅਕਾਲ ਪੁਰਖ ਵਾਹਿਗੁਰੂ ਹੈ। ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦੇ, ਇਸੇ ਤਰ੍ਹਾਂ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ। ਔਰ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਦੋ ਵਿਚਾਰਾਂ ਰੱਖੀਆਂ ਨੇ, ਹੰਸ ਤੇ ਬਗਲੇ ਦੀ। ਰੰਗ ਦੋਨਾਂ ਦਾ ਇੱਕੋ ਜਿਹਾ ਹੈ, ਪਰ ਕਰਮ ਦੋਨਾਂ ਦੇ ਇੱਕੋ ਜਿਹੇ ਨਹੀਂ। ਕਈ ਵਾਰ ਕਈ ਭੁਲੇਖਾ ਵੀ ਖਾ ਜਾਂਦੇ ਨੇ ਵੀ ਇਹ ਹੰਸ ਹੈ, ਪਰ ਸੰਗਤ ਜੀ ਜਿਹੜਾ ਹੰਸ ਹੈ ਉਹ ਮਾਨ ਸਰੋਵਰ ਤੇ ਤਾਰੀਆਂ ਲਾਉਂਦਾ ਹੈ, ਪਰ ਜਿਹੜਾ ਬਗਲਾ ਹੈ ਨਾ ਇਹ ਤਰ ਨਹੀਂ ਸਕਦਾ। ਹੰਸ ਹੀਰੇ ਮੋਤੀ ਚੁਗਦਾ ਹੈ, ਪਰ ਜਿਹੜਾ ਬਗਲਾ ਹੈ ਇਹ ਛਪੜੀਆਂ ਦੇ ਕਿਨਾਰੇ ਡੱਡੀਆਂ ਬੱਚੀਆਂ ਖਾਂਦਾ ਹੈ। ਔਰ ਇਹ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਰੱਖੀ ਹੈ। ਗੁਰਮੁਖ ਰੂਪੀ ਹੰਸ ਤੇ ਮਨਮੁਖ ਰੂਪੀ ਬਗਲੇ ਦੀ। ਸੰਗਤ ਜੀ, ਜਿੱਥੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ, ਸਮੁੱਚੀ ਲੁਕਾਈ ਨੂੰ ਪਾਵਨ ਹੁਕਮ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਉੱਥੇ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਵੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ ਤੇ ਬੜੀ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ। ਸੰਗਤ ਜੀ, ਬਾਬਾ ਮੂਲ ਚੰਦ ਜੀ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਉਸ ਬੱਚੀ ਦਾ ਨਾਮ ਸੁਲੱਖਣੀ ਰੱਖਿਆ ਗਿਆ। ਜਦੋਂ ਉਹ ਬੱਚੀ ਜਵਾਨ ਹੋਈ, ਮਾਤਾ ਪਿਤਾ ਨੂੰ ਵਿਆਹ ਦਾ ਫਿਕਰ ਲੱਗਾ ਵੀ ਹੁਣ ਕੋਈ ਸੋਹਣਾ ਵਰ ਘਰ ਲੱਭ ਕੇ
ਤੇ ਬੱਚੀ ਦਾ ਵਿਆਹ ਕਰੀਏ। ਬਾਬਾ ਮੂਲ ਚੰਦ ਇਹ ਪੱਖੋ ਕੇ ਰੰਧਾਵਿਆਂ ਦਾ ਪਟਵਾਰੀ ਸੀ। ਬਟਾਲੇ ਸੰਗਤ ਜੀ ਇਹਦੀ ਰਿਹਾਇਸ਼ ਸੀ। ਔਰ ਬੇਬੇ ਨਾਨਕੀ ਜੀ ਦਾ ਸਹੁਰਾ ਭਾਈ ਜੈ ਰਾਮ ਜੀ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਇਹ ਵੀ ਪਟਵਾਰੀ ਸਨ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਸੰਗਤ ਜੀ ਇਹ ਵੀ ਪਟਵਾਰੀ ਸਨ। ਔਰ ਬਾਬਾ ਮੂਲ ਚੰਦ ਜੀ ਨੇ ਬਾਬਾ ਪਰਮਾਨੰਦ ਜੀ ਦੇ ਨਾਲ ਗੱਲ ਕੀਤੀ। ਆਖਿਆ ਪਰਮਾਨੰਦ ਜੀ ਸਾਡੀ ਬੱਚੀ ਵਿਆਹੁਣ ਦੇ ਯੋਗ ਹੈ ਤੇ ਆਪ ਜੀ ਵੀ ਪਟਵਾਰੀ ਦਾ ਕੰਮ ਕਰਦੇ ਹੋ ਤੇ ਪਟਵਾਰੀਆਂ ਦੇ ਕੋਲ ਆਮ ਕਰਕੇ ਹੀ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਤੇ ਤੁਸੀਂ ਕੋਈ ਵਰ ਘਰ ਦੀ ਢੂੰਡ ਕਰੋ ਤਾਂ ਕਿ ਅਸੀਂ ਆਪਣੀ ਬੱਚੀ ਦਾ ਵਿਆਹ ਕਾਰਜ ਕਰ ਸਕੀਏ। ਤੇ ਬਾਬਾ ਪਰਮਾਨੰਦ ਜੀ ਨੇ ਕਿਹਾ ਸੀ ਭਾਈ ਮੂਲ ਚੰਦ ਜੀ ਬਾਬਾ ਕਲਿਆਣ ਦਾਸ ਜੀ ਉਹਨਾਂ ਦੇ ਸਪੁੱਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਇਸ ਵੇਲੇ ਸਾਡੇ ਕੋਲ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਰਹਿ ਕੇ ਮੋਦੀ ਖਾਨੇ ਦੀ ਕਾਰ ਕਰਦੇ ਨੇ ਤੇ ਹੋਵੇ ਨਾ ਤੇ ਤੁਸੀਂ ਆਪਣੀ ਬੱਚੀ ਦਾ ਰਿਸ਼ਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਰ ਦਿਓ। ਸੰਗਤ ਜੀ ਉਸ ਵੇਲੇ ਬਾਬਾ ਮੂਲ ਚੰਦ ਜੀ ਔਰ ਇਸੇ ਤਰ੍ਹਾਂ ਬਾਬਾ ਮੂਲ ਚੰਦ ਜੀ ਦੀ ਘਰਵਾਲੀ ਚੰਦੋ ਰਾਣੀ ਸਾਰੇ ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਅਤੇ ਬਾਬਾ ਪਰਮਾਨੰਦ ਜੀ ਦੇ ਕਹਿਣ ਤੇ ਸੰਗਤ ਜੀ ਸਗਾਈ ਕੁੜਮਾਈ ਜਿਸ ਨੂੰ ਪੁਰਾਣੇ ਸਮੇਂ ਵਿੱਚ ਛੁਹਾਰਾ ਲਾਉਣਾ ਕਹਿੰਦੇ ਸੀ ਇਹ ਸਮਾਗਮ ਰੱਖ ਲਿਆ ਗਿਆ ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਬਾਬਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਚਾਚਾ ਲਾਲੂ ਜੀ ਸਾਰੇ ਪਰਿਵਾਰ ਨੂੰ ਤਲਵੰਡੀ ਨਗਰ ਤੋਂ ਬੁਲਾਇਆ ਗਿਆ ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਜੋ ਚਾਲ ਨਗਰ ਵਿੱਚ ਸਨ ਨਾਨਕੇ ਪਰਿਵਾਰ ਨੂੰ ਵੀ ਸੱਦਿਆ ਗਿਆ। ਨਾਨਾ ਭਾਈ ਰਾਮਾ ਜੀ ਨਾਨੀ ਮਾਂ ਭਰਾਈ ਜੀ ਅਤੇ ਮਾਮਾ ਕ੍ਰਿਸ਼ਨਾ ਜੀ ਇਹ ਵੀ ਸਾਰਾ ਪਰਿਵਾਰ
ਸੁਲਤਾਨਪੁਰ ਦੀ ਧਰਤੀ ਤੇ ਪਹੁੰਚਿਆ। ਸੰਗਤ ਜੀ ਹੋਰ ਵੀ ਰਿਸ਼ਤੇਦਾਰ ਪਹੁੰਚੇ ਔਰ ਜਿਹੜਾ ਦਿਨ ਮਿਥਿਆ ਸੀ ਉਸ ਦਿਨ ਜਿਵੇਂ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਜਿਹੜਾ ਦਿਨ ਮਿਥਿਆ ਸੀ ਉਸ ਦਿਨ ਕੁੜਮ ਬਾਬਾ ਕਲਿਆਣ ਦਾਸ ਜੀ ਦੇ ਕੁੜਮ ਬਾਬਾ ਮੂਲ ਚੰਦ ਜੀ ਸੰਗਤ ਜੀ ਆਪਣੇ ਕੋੜਮੇ ਨੂੰ ਨਾਲ ਲੈ ਕੇ ਲਾਗੀ ਆਦਿਕਾਂ ਨੂੰ ਨਾਲ ਲੈ ਕੇ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਗਨ ਲਾਇਆ ਗਿਆ। ਫਿਰ ਬਾਬਾ ਪਰਮਾਨੰਦ ਜੀ, ਬਾਬਾ ਕਲਿਆਣ ਦਾਸ ਜੀ ਨੇ ਬਾਬਾ ਮੂਲ ਚੰਦ ਜੀ ਨੂੰ ਬੇਨਤੀ ਕੀਤੀ ਕਿ ਆਪ ਹੁਣ ਸਾਨੂੰ ਜਿਹੜੀ ਵਿਆਹ ਦੀ ਥਿੱਤ ਹੈ ਨਾ ਉਹ ਵੀ ਪੱਕੀ ਕਰਕੇ ਦੱਸ ਦਿਓ। ਤੇ ਬਾਬਾ ਕਲਿਆਣ ਖਿਮਾ ਕਰਨੀ ਬਾਬਾ ਮੂਲ ਚੰਦ ਜੀ ਨੇ ਕਿਹਾ ਸੀ ਭਾਈ ਵਿਆਹ 1 ਸਾਲ ਨੂੰ ਕਰਾਂਗੇ। ਸੰਗਤ ਜੀ ਪੁਰਾਣੇ ਸਮੇਂ ਐਸੇ ਹੀ ਸਨ, ਸਾਲ 2-2 ਸਾਲ ਕੁੜਮਾਈ ਕਰ ਛੱਡਣੀ ਔਰ ਇਹਦੇ ਵਿੱਚ ਜਿਹੜੇ ਨਵੇਂ ਸਾਖ ਸੰਬੰਧੀ ਬਣਦੇ ਸੀ ਉਹਨਾਂ ਬਾਰੇ ਵੀ ਪੂਰੀ ਜਾਣਕਾਰੀ ਮਿਲ ਜਾਂਦੀ ਸੀ, ਪਤਾ ਲੱਗ ਜਾਂਦਾ ਸੀ। ਫਿਰ 2-2 ਸਾਲਾਂ ਬਾਅਦ ਜਾ ਕੇ ਤੇ ਵਿਆਹ ਕਾਰਜ ਕਰਨਾ। ਬਾਬਾ ਮੂਲ ਚੰਦ ਜੀ ਕਹਿਣ ਲੱਗੇ ਵਿਆਹ 1 ਸਾਲ ਨੂੰ ਕਰਾਂਗੇ। ਸੰਗਤ ਜੀ ਜਦੋਂ ਸਾਲ ਲੰਘਿਆ ਤੇ ਸਾਡੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ 24 ਜੇਠ ਸੰਮਤ 1544 ਬਿਕਰਮੀ ਨੂੰ ਸਨ 1487 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਰੱਖਿਆ ਗਿਆ ਔਰ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਬਰਾਤ ਗਈ ਅਤੇ ਬਟਾਲੇ ਦੀ ਧਰਤੀ ਤੇ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਹੋਇਆ। ਔਰ ਇਸ ਤੋਂ ਪਹਿਲਾਂ ਜਦੋਂ ਬਰਾਤ ਪਹੁੰਚੀ ਤੇ ਨਗਰ ਵਾਲਿਆਂ ਨੇ ਕਿਹਾ ਵੀ ਸਾਡੀ ਇੱਕ ਰੀਤੀ ਹੈ, ਜਿਹੜਾ ਨਵਾਂ ਮੁੰਡਾ ਵਿਆਹਣ ਆਉਂਦਾ ਹੈ ਨਾ ਉਹ ਪਹਿਲਾਂ ਇਸ ਕੰਧ ਦੇ ਲਾਗੇ ਬਹਿੰਦਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕੱਚੀ ਕੰਧ ਦੇ ਕੋਲ ਜਿਹੜੀ ਡਿੱਗਣ ਵਾਲੀ ਸੀ ਬਿਠਾ ਦਿੱਤਾ। ਤੇ ਇੱਕ ਮਾਤਾ ਨੇ ਕਿਹਾ ਪੁੱਤਰ ਇਹ ਕੰਧ ਡਿੱਗਣ ਵਾਲੀ ਹੈ, ਕਿਤੇ ਵੇਖੀ ਇਹਦੇ ਥੱਲੇ ਨਾ ਆ ਜਾਵੀਂ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਮਾਂ ਇਹ ਕੰਧ ਮੇਰੇ ਵਿਆਹ ਦੀ ਨਿਸ਼ਾਨੀ ਯੁੱਗਾਂ ਤੱਕ ਰਹੇਗੀ। ਸੰਗਤ ਜੀ ਉਹ ਅੱਜ ਵੀ ਕੰਧ ਕਾਇਮ ਹੈ ਔਰ ਸੀਸੇ ਦੇ ਵਿੱਚ ਮੜੀ ਹੋਈ ਹੈ, ਕਿਉਂਕਿ ਸੰਗਤਾਂ ਉਸ ਕੰਧ ਦੀ ਮਿੱਟੀ ਲਾ ਲਾ ਕੇ ਲੈ ਜਾ ਰਹੀਆਂ ਸੀ। ਇਸ ਕਰਕੇ ਪ੍ਰਬੰਧਕਾਂ ਨੇ
ਉਹ ਕੰਧ ਜਿਹੜੀ ਸੀਸੇ ਵਿੱਚ ਮੜ ਦਿੱਤੀ ਕਿ ਇਹਦੀ ਕੋਈ ਮਿੱਟੀ ਨਾ ਲਾ ਸਕੇ। ਇਸ ਤਰੀਕੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਹੋਇਆ ਮਾਤਾ ਸੁਲੱਖਣੀ ਜੀ ਦੇ ਨਾਲ। ਜਦੋਂ ਪੰਡਤ ਨੇ ਬੇਦੀ ਗੱਡੀ ਤੇ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਵੀ ਇਹ ਬੇਦੀ ਕਾਹਦੇ ਵਾਸਤੇ? ਕਹਿਣ ਲੱਗਾ ਜੀ ਮੈਂ ਲਾਵਾਂ ਦਾ ਪਾਠ ਕਰਾਂਗਾ ਤੇ ਤੁਸੀਂ ਇਸ ਬੇਦੀ ਦੀਆਂ ਪਰਿਕਰਮਾ ਕਰਨੀਆਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮੈਂ ਤਾਂ ਇਸ ਬੇਦੀ ਦੀਆਂ ਇਸ ਅੱਗ ਦੀਆਂ ਪਰਿਕਰਮਾ ਨਹੀਂ ਕਰਨੀਆਂ, ਮੈਂ ਤਾਂ ਉਸ ਮਾਲਕ ਦੀਆਂ ਪਰਿਕਰਮਾ ਕਰਾਂਗਾ, ਵਾਹਿਗੁਰੂ ਦੀਆਂ। ਆਖਿਆ ਜੀ ਉਹ ਕਿਸ ਤਰ੍ਹਾਂ ਕਰੋਗੇ? ਤੇ ਸਾਡੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਇੱਕ ਸੋਹਣੇ ਕਾਗਜ਼ ਦੇ ਉੱਤੇ ਲਿਖ ਕਰਕੇ ਸੁੰਦਰ ਚੌਂਕੀ ਢਾਹ ਕੇ ਉਹਦੇ ਤੇ ਰਮਾਲਾ ਵਿਛਾ ਕੇ ਉਹਦੇ ਉੱਤੇ ਮੂਲ ਮੰਤਰ ਰੱਖ ਕੇ ਉਹਦੇ ਤੇ ਸੋਹਣਾ ਰਮਾਲਾ ਪਾ ਕੇ ਤੇ ਹਜ਼ੂਰ ਨੇ ਪਰਿਕਰਮਾ ਮੂਲ ਮੰਤਰ ਦੀਆਂ ਕੀਤੀਆਂ। ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਨੂੰ ਬਹੁਤ ਚਾਅ ਸੀ। ਔਰ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਹੋਇਆ, ਵਾਪਸ ਬਰਾਤ ਆਈ ਸੁਲਤਾਨਪੁਰ ਤੇ ਸੰਗਤ ਜੀ ਭੈਣ ਬੇਬੇ ਨਾਨਕੀ ਨੇ ਆਪਣਾ ਘਰ ਹੀ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤਾ ਸੀ। ਆਖਿਆ ਵੀਰ ਜੀ ਇਹ ਹੁਣ ਜਿਹੜਾ ਘਰ ਹੈ ਨਾ ਇਹ ਤੁਹਾਡਾ ਹੈ ਤੇ ਮੈਂ ਆਪਣਾ ਘਰ ਹੋਰ ਬਣਾ ਲੈਂਦੀ ਹਾਂ। ਸੰਗਤ ਜੀ ਜਿਹੜਾ ਗੁਰੂ ਕਾ ਬਾਗ ਗੁਰਦੁਆਰਾ ਹੈ ਨਾ ਸੁਲਤਾਨਪੁਰ ਸਾਹਿਬ, ਇਹ ਬੇਬੇ ਨਾਨਕੀ ਜੀ ਦਾ ਪਹਿਲਾ ਘਰ ਸੀ ਜੋ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਅਰਪਣ ਕੀਤਾ ਹੈ। ਔਰ ਇਸ ਘਰ ਵਿੱਚ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇ ਸਹਿਤ ਰਹਿੰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਵੇਈਂ ਤੇ ਜਾ ਕੇ ਇਸ਼ਨਾਨ ਕਰਦੇ ਨੇ ਅਤੇ ਵੇਈਂ ਦੇ ਕਿਨਾਰੇ ਤੇ ਬੈਠ ਕਰਕੇ ਸੰਗਤ ਜੀ ਲੰਮਾ ਸਮਾਂ ਆਪ ਜੀ ਵਾਹਿਗੁਰੂ ਨਾਲ ਸੁਰਤ ਜੋੜਦੇ ਨੇ। 14 ਸਾਲ 9 ਮਹੀਨੇ 13 ਦਿਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਰਹੇ। ਬੇਅੰਤ ਕੌਤਕ ਸਤਿਗੁਰਾਂ ਨੇ ਕੀਤੇ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਹੁਣ ਵਿਆਹ ਹੋਇਆ ਹੈ ਤੇ ਮਹਾਰਾਜ ਮੈਨੂੰ ਵੀ ਵਧਾਈ ਦਿਓ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੰਗ ਮਰਦਾਨਿਆਂ ਕੀ ਚਾਹੀਦਾ ਹੈ? ਤੇ ਆਖਿਆ ਮਹਾਰਾਜ ਜੋ ਆਪ ਜੀ ਦਾ ਖੁਸ਼ਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਜੀ ਉੱਥੇ ਇਤਿਹਾਸ ਵਿੱਚ ਜ਼ਿਕਰ ਕੀਤਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਰਤਨ ਦੀ ਦਾਤ ਦਿੱਤੀ ਹੈ। ਔਰ ਪੰਡਤ ਹਰਦਿਆਲ ਜੀ ਇਹਨੇ ਵੀ ਆ ਕੇ ਜਦੋਂ ਵਧਾਈ ਦਿੱਤੀ ਸਾਰੇ ਪਰਿਵਾਰ ਨੂੰ ਤੇ ਆਖਿਆ ਮਹਾਰਾਜ ਤੁਹਾਡਾ ਹੁਣ ਵਿਵਾਹ ਕਾਰਜ ਹੋਇਆ ਤੇ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਵਧਾਈ ਬਖਸ਼ੋ। ਸੰਗਤ ਜੀ ਜਦੋਂ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਨੇ ਨਾ ਤੇ ਉਦੋਂ ਬਹੁਤ ਸਾਰੇ ਮੰਗਤੇ ਲੋਕ ਵੀ ਆਉਂਦੇ ਨੇ, ਉਹ ਵਧਾਈ ਵੀ ਦਿੰਦੇ ਤੇ ਵਧਾਈ ਲੈਂਦੇ ਵੀ ਨੇ। ਤੇ ਪੰਡਤ ਹਰਦਿਆਲ ਜੀ ਨੇ ਵੀ ਬੇਨਤੀ ਕੀਤੀ। ਮਹਾਰਾਜ ਸਾਹਿਬ ਜੀ ਕਹਿੰਦੇ ਪੰਡਤ ਜੀ ਮੰਗੋ ਕੀ ਚਾਹੀਦਾ? ਤੇ ਪੰਡਤ ਹਰਦਿਆਲ ਨੇ ਕਿਹਾ ਸੀ ਮਹਾਰਾਜ ਤੁਸੀਂ ਆਪਣੇ ਵਿਆਹ ਦੀ ਖੁਸ਼ੀ ਵਿੱਚ ਮੈਨੂੰ ਮੁਕਤੀ ਦੀ ਦਾਤ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਠੀਕ ਹੈ ਹਰਦਿਆਲ ਜੀ,
ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇਗਾ ਤੇ ਤੁਹਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇ। ਇਸ ਤਰ੍ਹਾਂ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਕਾਰਜ ਹੋਏ। ਹਰ ਸਾਲ ਹੀ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਪਹੁੰਚਦਾ ਹੈ ਤੇ ਬਟਾਲੇ ਦੀਆਂ ਸਿੱਖ ਸੰਗਤਾਂ ਉਸ ਨਗਰ ਕੀਰਤਨ ਦਾ ਸਵਾਗਤ ਬੜੀ ਭਾਵਨਾ ਦੇ ਸਹਿਤ ਕਰਦੀਆਂ ਨੇ ਤੇ ਬਟਾਲੇ ਦੀਆਂ ਸੰਗਤਾਂ ਮਠਿਆਈਆਂ ਲੈ ਕੇ ਤੇ ਸੁਲਤਾਨਪੁਰ ਦੀ ਧਰਤੀ ਤੇ ਜਾਂਦੀਆਂ। ਇਹ ਪਰੰਪਰਾ, ਇਹ ਮਰਜ਼ਾਦਾ ਅੱਜ ਵੀ ਕਾਇਮ ਹੈ। ਭਾਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਵਾਹ ਕਾਰਜ 24 ਜੇਠ ਸੰਮਤ 1544 ਬਿਕਰਮੀ ਨੂੰ, ਸੰਗਤ ਜੀ ਸਨ 1487 ਨੂੰ ਹੋਇਆ। ਪਰ ਇਹ ਵਿਆਹ ਪੁਰਬ ਜਿਹੜਾ ਹੈ ਨਾ, ਇਹ ਭਾਦਰੋਂ ਸੁਦੀ 7ਵੀਂ ਨੂੰ ਮਨਾਇਆ ਜਾਂਦਾ ਹੈ। ਅੱਜ ਭਾਦਰੋਂ ਸੁਦੀ 7ਵੀਂ ਹੈ। ਤੋ ਅੱਜ ਦੇ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਗਤ ਜੀ ਵਿਵਾਹ ਕਾਰਜ ਹੋਏ। ਜਿਹੜੀ ਆਨੰਦ ਕਾਰਜ ਦੀ ਮਰਜ਼ਾਦਾ ਹੈ, ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਰਚ ਕੇ ਸੰਗਤ ਜੀ ਜਦੋਂ ਮੱਥੋ ਤੇ ਮਰਾਰੀ ਦਾ ਵਿਆਹ ਕੀਤਾ ਸੀ ਨਾ, ਉਦੋਂ ਉਹਨੂੰ ਆਨੰਦ ਕਾਰਜ ਦਾ ਦਰਜਾ ਦਿੱਤਾ ਸੀ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਪਿਆਰ ਸਹਿਤ ਸਤਿਗੁਰਾਂ ਨੇ ਜੋ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਿਆਰ ਸਹਿਤ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਸੰਗਤ ਜੀ ਰਾਗ ਧਨਾਸਰੀ ਵਿੱਚ ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 685 ਅਤੇ 86 ਤੇ ਸੁਭਾਏਮਾਨ ਹੈ। ਔਰ ਇਸ ਪਾਵਨ ਸ਼ਬਦ ਦਾ ਗਾਇਨ ਦੂਜੇ ਘਰ ਸੁਰਤਾਲ ਵਿੱਚ ਸਤਿਗੁਰਾਂ ਨੇ ਕੀਤਾ ਹੈ। ਔਰ ਅਸ਼ਟਪਦੀਆਂ ਇਸ ਪਾਵਨ ਸ਼ਬਦ ਦੇ 8 ਪਦੇ ਨੇ। ਔਰ ਅਸ਼ਟਪਦੀਆਂ ਬਹੁ ਵਚਨ ਹੈ। 8 ਪਦਿਆਂ ਦੇ ਇਹ ਸ਼ਬਦ ਆ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਹੈ, ਅਦੁੱਤੀ ਹੈ, ਸਜਾਤੀ ਵਜਾਤੀ ਭਰਮਗਤ ਰਹਿਤ ਹੈ, ਉਹ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਚੇਤਨ ਆਨੰਦ ਸਰੂਪ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਗੁਰ ਸਾਗਰ ਰਤਨੀ ਭਰਪੂਰੇ। ਹਜੂਰ ਕਹਿੰਦੇ ਨੇ ਸਿੱਧੋ, ਸਾਡੇ ਵਾਸਤੇ ਤਾਂ ਗੁਰੂ ਹੀ ਸਾਗਰ ਹੈ, ਗੁਰੂ ਹੀ ਸਮੁੰਦਰ ਹੈ ਅਤੇ ਗੁਰੂ ਰੂਪ ਜੋ ਸਮੁੰਦਰ ਹੈ ਨਾ, ਇਹ ਗਿਆਨ ਵਿਵੇਕ ਖਟ ਸੰਪਤੀ ਮੋਹ ਇੱਛਾ ਇਤਿਆਦਿਕ ਰਤਨਾਂ ਦੇ ਨਾਲ ਭਰਪੂਰੇ ਭਰਿਆ ਹੋਇਆ ਹੈ।
ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਅਤੇ ਜੋ ਸੰਤ ਸ਼ਾਂਤ ਆਤਮਾ ਪਰਮੇਸ਼ਰ ਦੇ ਪਿਆਰੇ ਗੁਰੂ ਕੇ ਸਿੱਖ ਇਹ ਗੁਰੂ ਰੂਪ ਸਾਗਰ ਤੋਂ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੁਗਦੇ ਨੇ, ਨਹੀਂ ਦੂਰੇ। ਕਦੇ ਵੀ ਗੁਰੂ ਸਾਗਰ ਤੋਂ ਇਹ ਦੂਰ ਨਹੀਂ ਹੁੰਦੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸੰਗਤ ਜੀ, ਇਹ ਪਰਮੇਸ਼ਰ ਦੇ ਪਿਆਰੇ ਸੰਤ ਜਨ ਅਤੇ ਗੁਰੂ ਕੇ ਸਿੱਖ ਹਰੀ ਦੇ ਨਾਮ ਰਸ ਦਾ ਚੋਗ ਚੁਗਦੇ ਨੇ, ਭਾਵ ਨਾਮ ਜਪਦੇ ਨੇ, ਸਿਮਰਨ ਕਰਦੇ ਨੇ ਤੇ ਪ੍ਰਭੂ ਨੂੰ ਭਾਵੇਂ ਚੰਗੇ ਲੱਗਦੇ ਹਨ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰਵਰ ਮਾਨ ਸਰੋਵਰ ਵਿੱਚੋਂ ਜਿਹੜਾ ਹੰਸ ਹੈ ਨਾ, ਇਹ ਪ੍ਰਾਨ ਪਤ ਪਾਵੇ, ਪ੍ਰਾਣਾਂ ਦੇ ਪਤੀ, ਭਾਵ ਜੋ ਹੰਸ ਦੇ ਪ੍ਰਾਣਾਂ ਨੂੰ ਤਾਜ਼ਾ ਰੱਖਣ ਵਾਲਾ ਹੈ, ਉਹਨੂੰ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਸੰਤ ਗੁਰਸਿੱਖ ਰੂਪੀ ਜਿਹੜੇ ਹੰਸ ਨੇ, ਸੰਗਤ ਜੀ, ਇਹ ਗੁਰੂ ਰੂਪੀ ਮਾਨ ਸਰੋਵਰ ਵਿੱਚੋਂ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪਾਵੈ ਪ੍ਰਾਪਤ ਕਰ ਲੈਂਦੇ ਨੇ। ਕਿਆ ਬਗ ਬਪੜਾ ਛਪੜੀ ਨਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਆ ਬਗ ਬਪੜਾ। ਬਗ ਦਾ ਅਰਥ ਹੈ ਬਗਲਾ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਆ ਕੀ ਬਗਲਾ ਜਿਹੜਾ ਹੈ ਇਹ ਛਪੜੀ ਦੇ ਵਿੱਚ ਨਹਾਉਂਦਾ। ਕੀਚੜ ਡੂਬੈ ਮੈਲ ਨਾ ਜਾਏ। ਸੰਗਤ ਜੀ, ਇਹ ਛਪੜੀਆਂ ਦੇ ਕਿਨਾਰੇ ਤੇ ਆਮ ਕਰਕੇ ਜਿਹੜਾ ਬਗਲਾ ਹੈ ਨਾ, ਇਹ ਰਹਿੰਦਾ ਹੈ, ਕਿਉਂਕਿ ਬਗਲੇ ਦਾ ਜਿਹੜਾ ਖਾੜਾ ਹੈ ਇਹ ਡੱਡੀਆਂ ਮੱਛੀਆਂ ਹੈ, ਤੇ ਛਪੜੀਆਂ ਦੇ ਕਿਨਾਰਿਆਂ ਤੇ ਖਲੋ ਕੇ ਅੱਖਾਂ ਮੀਟਦਾ ਹੈ। ਤੇ ਜਦੋਂ ਵੀ ਪਾਣੀ ਵਿੱਚ ਕੋਈ ਡੱਡੀ ਮੱਛੀ ਬੁੜਕਦੀ ਹੈ ਤੇ ਉਸੇ ਵੇਲੇ ਝਪਟ ਕਰ ਲੈਂਦਾ ਹੈ। ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਆ ਬਗ ਬੱਪੜਾ। ਬੱਪੜਾ ਦਾ ਅਰਥ ਹੈ ਵਿਚਾਰਾ। ਇਹ ਵਿਚਾਰਾ ਬਗਲਾ ਜਿਹੜਾ ਹੈ ਇਹ ਕੀ ਛਪੜੀ ਵਿੱਚ ਨਹਾਉਂਦਾ ਹੈ, ਛਪੜੀ ਦੇ ਵਿੱਚ ਨਹਾਉਂਦਾ ਤੇ ਇਹ ਚਿੱਕੜ ਵਿੱਚ ਡੁੱਬ ਜਾਂਦਾ ਹੈ। ਤੇ ਜਦੋਂ ਚਿੱਕੜ ਵਿੱਚ ਡੁੱਬ ਜਾਂਦਾ ਤੇ ਇਹਦੀ ਮੈਲ ਨਹੀਂ ਜਾਂਦੀ। ਸੰਗਤ ਜੀ, ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਗੁਰਸਿੱਖ ਹੰਸ ਨੇ ਨਾ, ਇਹ ਮਾਨ ਸਰੋਵਰ ਜੋ ਗੁਰੂ ਹੈ, ਇਹ ਗੁਰੂ ਰੂਪੀ ਮਾਨ ਸਰੋਵਰ ਤੇ ਜੁੜੇ ਰਹਿੰਦੇ ਨੇ। ਪਰ ਜਿਹੜੇ ਮਨਮੁਖ ਪਖੰਡੀ ਦੰਭੀ ਉਹ ਬਗਲਿਆਂ ਦੀ ਨਿਆਈ ਸੰਗਤ ਜੀ ਵਿਕਾਰਾਂ ਦੀਆਂ ਛਪੜੀਆਂ ਦੇ ਵਿੱਚ ਨਹਾਉਂਦੇ ਨੇ। ਵਿਕਾਰ ਦੀ ਛਪੜੀ ਵਿੱਚ ਜਦੋਂ ਨਹਾਉਂਦੇ ਨੇ ਤੇ ਉਹ ਡੁੱਬ ਜਾਂਦੇ ਨੇ ਵਿਕਾਰਾਂ ਵਿੱਚ। ਜਿਵੇਂ ਸੌ ਸੁਹਾਗਣ ਡੁੱਬਿਆ ਸੀ, ਫਿਰ ਉਹਨਾਂ ਦੇ ਮਨ ਦੀ ਜਿਹੜੀ ਮੈਲ ਹੈ ਨਾ ਉਹ ਕਦੇ ਵੀ ਜਾਂਦੀ ਨਹੀਂ, ਉਤਰਦੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਹੰਸ ਹੈ ਨਾ ਉਹ ਛਪੜੀ ਦੇ ਨੇੜੇ ਨਹੀਂ ਜਾਂਦਾ, ਤੇ ਜਿਹੜਾ ਬਗਲਾ ਹੈ ਸੰਗਤ ਜੀ ਉਹ ਛਪੜੀ ਦਾ ਆਦੀ ਹੈ। ਸੰਤ ਗੁਰਸਿੱਖ ਗੁਰਮੁਖ ਪਿਆਰੇ ਵਿਕਾਰਾਂ ਰੂਪੀ ਛਪੜੀ ਤੇ ਨਹੀਂ ਜਾਂਦੇ, ਪਰ ਜਿਹੜੇ ਮਨਮੁਖ ਨੇ ਇਹ ਵਿਕਾਰਾਂ ਦੀ ਛਪੜੀ ਵਿੱਚ ਨਹਾਉਂਦੇ ਨੇ, ਵਿਕਾਰ ਭੋਗਦੇ ਨੇ,
ਵਿਕਾਰਾਂ ਵਿੱਚ ਡੁੱਬ ਜਾਂਦੇ ਨੇ, ਫਿਰ ਇਹਨਾਂ ਦੇ ਮਨ ਦੀ ਮੈਲ ਨਹੀਂ ਜਾਂਦੀ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ, ਰਖ ਰਖ ਚਰਨ ਧਰੇ ਵਿਚਾਰੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਹੰਸ ਹੈ ਨਾ ਜੀ, ਇਹ ਰਖ ਰਖ ਚਰਨ ਧਰੇ ਵਿਚਾਰੀ। ਇਹ ਆਪਣੇ ਚਰਨ, ਆਪਣੇ ਪੈਰ ਬੜੇ ਧਿਆਨ ਦੇ ਨਾਲ ਰੱਖਦਾ ਹੈ, ਟਿਕਾਉਂਦਾ ਹੈ ਅਤੇ ਰਖ ਰਖ ਚਰਨ ਧਰੇ ਵਿਚਾਰੀ। ਸੰਗਤ ਜੀ, ਵਿਚਾਰ ਵਿਚਾਰ ਕੇ, ਟਿਕਾ ਟਿਕਾ ਕੇ ਆਪਣੇ ਚਰਨ ਰੱਖਦਾ ਹੈ ਕਿ ਕਿਤੇ ਮੇਰੇ ਚਰਨ ਜਿਹੜੇ ਨੇ ਛਪੜੀ ਵਾਲੇ ਪਾਸੇ ਨਾ ਜਾਣ। ਇਹ ਹੰਸ ਦੀ ਨਿਸ਼ਾਨੀ ਹੈ। ਹੰਸ ਹਮੇਸ਼ਾ ਹੀ ਮਾਨ ਸਰੋਵਰ ਵਾਲੇ ਪਾਸੇ ਨੂੰ ਆਪਣੇ ਚਰਨ ਖੜਦਾ ਹੈ, ਪਰ ਜਿਹੜਾ ਬਗਲਾ ਹੈ ਸੰਗਤ ਜੀ, ਉਹ ਵਾਰ-ਵਾਰ ਛਪੜੀ ਵੱਲੇ ਹੀ ਜਾਂਦਾ ਹੈ, ਉਹਦੇ ਪੈਰ ਛਪੜੀ ਵੱਲੇ ਹੀ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਹੰਸ ਨੇ ਨਾ, ਉਹ ਆਪਣੇ ਮਨ ਰੂਪੀ ਪੈਰ ਨੂੰ ਟਿਕਾ ਟਿਕਾ ਕੇ ਰੱਖਦੇ ਨੇ, ਟਿਕਾ ਟਿਕਾ ਕੇ ਵਿਚਾਰ ਵਿਚਾਰ ਕੇ ਧਰਦੇ ਨੇ ਵੀ ਇਹ ਸਾਡੇ ਮਨ ਰੂਪੀ ਪੈਰ ਜਿਹੜੇ ਨੇ ਇਹ ਕਿਤੇ ਵਿਕਾਰਾਂ ਦੀ ਛਪੜੀ ਵਾਲੇ ਪਾਸੇ ਨਾ ਜਾਣ, ਅਥਵਾ ਇਹ ਸਾਡੇ ਜਿਹੜੇ ਮਨ ਰੂਪੀ ਪੈਰ ਨੇ ਇਹ ਕਿਤੇ ਦੰਬੀਆਂ ਪਖੰਡੀਆਂ ਵਾਲੀ ਛਪੜੀ ਵਾਲੇ ਪਾਸੇ ਨਾ ਜਾਣ। ਸੰਗਤ ਜੀ, ਇਸ ਤਰ੍ਹਾਂ ਉਹ ਗੁਰਮੁਖ ਜੜ ਆਪਣੇ ਮਨ ਰੂਪੀ ਪੈਰ ਨੂੰ ਵਿਚਾਰ ਵਿਚਾਰ ਕੇ ਟਿਕਾ ਟਿਕਾ ਕੇ ਰੱਖਦੇ ਨੇ। ਦੁਬਿਧਾ ਛੋੜ ਭਏ ਨਿਰੰਕਾਰੀ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁਬਿਧਾ ਨੂੰ ਛੱਡ ਕੇ ਸੋ ਨਿਰਾਕਾਰ ਵਾਹਿਗੁਰੂ ਦਾ ਰੂਪ ਹੋ ਗਏ। ਮੁਕਤ ਪਦਾਰਥ ਹਰ ਰਸ ਚਾਖੇ। ਸੰਗਤ ਜੀ, ਜਿਨ੍ਹਾਂ ਨੇ ਹਰੀ ਦਾ ਨਾਮ ਰੂਪੀ ਰਸ ਚਖਿਆ ਹੈ, ਉਹਨਾਂ ਨੂੰ ਮੁਕਤ ਪਦਾਰਥ, ਇਹ ਜਿਹੜਾ ਮੁਕਤੀ ਦਾ ਪਦਾਰਥ ਹੈ, ਉਹਨਾਂ ਨੂੰ ਪ੍ਰਾਪਤ ਹੋ ਗਿਆ। ਆਵਣ ਜਾਣ ਰਹੇ ਗੁਰ ਰਾਖੇ। ਗੁਰੂ ਨੇ ਆਪ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਸੰਗਤ ਜੀ, ਉਹ ਹੁਣ ਆਉਣ ਜਾਣ ਤੋਂ ਰਹਿਤ ਹੋ ਗਏ ਨੇ, ਜੰਮਣ ਮਰਨ ਤੋਂ ਰਹਿਤ ਹੋ ਗਏ ਨੇ। ਸਰਵਰ ਹੰਸਾ ਛੋੜ ਨਾ ਜਾਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਹੰਸ ਹੈ ਨਾ ਸੰਗਤ ਜੀ, ਇਹ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ। ਤੇ ਜਿਹੜਾ ਗੁਰੂ ਕਾ ਸਿੱਖ ਹੈ ਨਾ ਜੀ, ਉਹ ਗੁਰੂ ਰੂਪੀ ਮਾਨ ਸਰੋਵਰ ਨੂੰ ਵੀ ਛੱਡ ਕੇ ਨਹੀਂ ਜਾਂਦਾ। ਹੁਣ ਜਿਹੜੇ ਗੁਰੂ ਨੂੰ ਛੱਡ ਕੇ ਆਣ ਮਤਾਂ ਦੇ ਵਿੱਚ ਪ੍ਰਵੇਸ਼ ਹੁੰਦੇ ਨੇ, ਉਹ ਗੁਰੂ ਕੇ ਸਿੱਖ ਨਹੀਂ। ਸੰਗਤ ਜੀ, ਗੁਰੂ ਕੇ ਸਿੱਖ ਦੀ ਇਹ ਨਿਸ਼ਾਨੀ ਹੈ। ਗੁਰੂ ਕਾ ਸਿੱਖ ਕਦੇ ਵੀ ਆਪਣੇ ਗੁਰੂ ਰੂਪੀ ਮਾਨ ਸਰੋਵਰ ਨੂੰ ਨਹੀਂ ਛੱਡ ਕੇ ਜਾਂਦਾ, ਕਦੇ ਵੀ ਉਹ ਗੁਰੂ ਤੋਂ ਪਾਸੇ ਨਹੀਂ ਹੁੰਦਾ। ਪਰ ਜਿਹੜੇ ਬਗਲਿਆਂ ਦੀ ਨਿਆਈ ਨੇ, ਮਨਮੁਖ ਨੇ, ਦੰਭੀ ਨੇ, ਪਖੰਡੀ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਤਾਂ ਗੁਰੂ ਨੂੰ ਛੱਡ ਕੇ ਆਣ ਮਤਾਂ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਨੇ। ਕੋਈ ਈਸਾਈ ਬਣ ਜਾਂਦਾ ਹੈ, ਕੋਈ ਨਰਕ ਧਾਰੀਆ ਬਣ ਜਾਂਦਾ ਹੈ, ਕੋਈ ਝੂਠੇ ਸੌਦੇ ਦਾ ਚੇਲਾ ਬਣ ਜਾਂਦਾ ਹੈ। ਉਹਨਾਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਉਹ ਸਿੱਖ ਹੈ ਨਹੀਂ। ਆਪਾਂ ਚੌਪਈ ਸਾਹਿਬ ਵੀ ਪੜ੍ਹਦੇ ਹਾਂ ਨਾ ਜੀ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਕੀ ਆਖਿਆ?
ਸਿੱਖ ਉਬਾਰ ਅਸਿੱਖ ਸੰਘਰੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਤੇਰੇ ਸਿੱਖ ਨੇ ਨਾ ਮਹਾਰਾਜ, ਇਹਨਾਂ ਦੀ ਆਪ ਰੱਖਿਆ ਕਰਿਓ। ਮਹਾਰਾਜ ਇਹਨਾਂ ਨੂੰ ਆਪ ਬਚਾਇਓ। ਤੇ ਜਿਹੜੇ ਆ ਸਿੱਖ ਨੇ, ਜਿਹੜੇ ਸਿੱਖੀ ਤੋਂ ਰਹਿਤ ਨੇ, ਜਿਹੜੇ ਸਿੱਖੀ ਨੂੰ ਤਲਾਂਜਲੀ ਦੇ ਕੇ ਦੂਜੇ ਪਾਸੇ ਚਲੇ ਜਾਂਦੇ ਨੇ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਮਾਰ ਦਿਓ। ਰੋਜ਼ ਪੜ੍ਹਦੇ ਆਪਾਂ, ਸਿੱਖ ਉਬਾਰ ਅਸਿੱਖ ਸੰਘਰੋ। ਸੰਘਰੋ ਦਾ ਅਰਥ ਹੈ ਮਾਰਨਾ। ਇਹ ਅਕਾਲ ਪੁਰਖ ਜਿਹੜੇ ਅਸਿੱਖ ਨੇ ਨਾ, ਜਿਹੜੇ ਸਿੱਖਿਆ ਤੋਂ ਬਾਹਰ ਚਲੇ ਗਏ, ਬੇਸ਼ੱਕ ਉਹ ਭਾਵੇਂ ਤੁਸੀਂ ਮਾਰ ਦਿਓ, ਪਰ ਜਿਹੜੇ ਤੁਹਾਡੇ ਸਿੱਖ ਨੇ ਉਹਨਾਂ ਦੀ ਆਪ ਰੱਖਿਆ ਕਰੋ। ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਰਵਰ ਹੰਸਾ ਛੋੜ ਨਾ ਜਾਏ। ਜਿਹੜਾ ਹੰਸ ਹੈ ਨਾ ਜੀ, ਉਹ ਮਾਨ ਸਰੋਵਰ ਨੂੰ ਛੱਡ ਕੇ ਕਿਤੇ ਜਾਂਦਾ ਨਹੀਂ। ਤੇ ਗੁਰੂ ਕੇ ਸਿੱਖ ਦੀ ਇਹ ਨਿਸ਼ਾਨੀ ਹੈ। ਉਹਦਾ ਭਾਵੇਂ ਬੰਦ ਕੱਟਿਆ ਜਾਵੇ, ਉਹਦਾ ਭਾਵੇਂ ਸੀਸ ਖੋਪਰ ਸਿਰ ਤੋਂ ਲੈ ਜਾਵੇ, ਸੰਗਤ ਜੀ ਉਹ ਗੁਰੂ ਦੇ ਚਰਨਾਂ ਨੂੰ ਨਹੀਂ ਛੱਡਦਾ। ਧੰਨ ਹਨ ਉਹ ਗੁਰੂ ਕੇ ਲਾਲ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਛੋਟੀ ਉਮਰ ਹੈ, ਪਰ ਜ਼ਾਲਮ ਕਿੰਨੇ ਲਾਲਚ ਦਿੰਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਅਸੀਂ ਤੁਹਾਡੇ ਨਿਕਾਹ ਕਰਾਂਗੇ, ਤੁਹਾਨੂੰ ਚੰਗੀ ਜਗੀਰ ਦੇਵਾਂਗੇ। ਪਰ ਉਹ ਗੁਰੂ ਕੇ ਲਾਲ ਜੁੱਤੀ ਦੀ ਨੋਕ ਨਾਲ ਉਹਨਾਂ ਦੇ ਦਿੱਤੇ ਹੋਏ ਲਾਲਚਾਂ ਨੂੰ ਠੁਕਰਾ ਦਿੰਦੇ ਨੇ। ਕਹਿੰਦੇ ਅਸੀਂ ਗੁਰੂ ਕੀ ਸਿੱਖੀ ਨਹੀਂ ਛੱਡਾਂਗੇ। ਭਾਵੇਂ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਸੰਗਤ ਜੀ, ਪਰ ਗੁਰੂ ਦਾ ਸਾਥ ਨਹੀਂ ਛੱਡਿਆ। ਧੰਨ ਸੀ ਉਹ ਗੁਰੂ ਕੇ ਸਿੱਖ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸੇ ਜਿਹੜੇ ਗੁਰਸਿੱਖ ਰੂਪੀ ਹੰਸ ਨੇ ਨਾ, ਉਹ ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਸੰਗਤ ਜੀ ਉਹ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਵਿੱਚ ਸੁੱਤੇ ਸਿੱਧੀ ਸਮਾ ਜਾਂਦੇ ਨੇ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਮਾਨ ਸਰੋਵਰ ਵਿੱਚ ਹੰਸ ਰਹਿੰਦੇ ਨੇ, ਅਤੇ ਸੰਗਤ ਜੀ ਹੰਸਾਂ ਦੇ ਵਿੱਚ ਮਾਨ ਸਰੋਵਰ ਹੈ। ਇਸ ਤਰ੍ਹਾਂ ਇਹ ਹੰਸ ਤੇ ਮਾਨ ਸਰੋਵਰ ਦਾ ਪਿਆਰ ਸਤਿਗੁਰੂ ਜੀ ਨੇ ਦਰਸਾਇਆ ਹੈ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਮਾਨ ਸਰੋਵਰ ਵਿੱਚ ਹੰਸ ਨੇ ਤੇ ਹੰਸਾਂ ਦੇ ਵਿੱਚ ਮਾਨ ਸਰੋਵਰ ਹੈ। ਇਸੇ ਤਰ੍ਹਾਂ ਗੁਰੂ ਵਿੱਚ ਗੁਰੂ ਕੇ ਸਿੱਖ ਨੇ, ਤੇ ਸਿੱਖਾਂ ਦੇ ਵਿੱਚ ਗੁਰੂ ਹੈ, ਕੋਈ ਭੇਦ ਨਹੀਂ। ਸੰਗਤ ਜੀ ਗੁਰੂ ਕੇ ਸਿੱਖ ਗੁਰੂ ਦਾ ਹੀ ਰੂਪ ਨੇ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਭਜਨ ਕਰਦੇ ਨੇ ਨਾ, ਉਹ ਗੁਰੂ ਕਾ ਰੂਪ ਹਨ। ਅਕਥ ਕਥਾ ਗੁਰ ਬਚਨੀ ਆਦਰ। ਜੋ ਵਾਹਿਗੁਰੂ ਅਕਥ ਹੈ, ਉਸ ਵਾਹਿਗੁਰੂ ਦੀ ਕਥਾ ਵਿਚਾਰ ਕਰਕੇ ਤੇ ਗੁਰੂ ਦੇ ਬਚਨਾਂ ਦੁਆਰਾ ਉਹ ਆਦਰ ਸਤਕਾਰ ਪ੍ਰਾਪਤ ਕਰਦੇ ਨੇ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ, ਜਿਹਨੂੰ ਅਸੀਂ ਦਸਮ ਦਵਾਰ ਕਹਿ ਦਿੰਦੇ ਆ। ਸੰਗਤ ਜੀ ਇਸ ਦਸਮ ਦਵਾਰ ਵਿੱਚ, ਸੁਨ ਮੰਡਲ ਦੇ ਵਿੱਚ ਇੱਕ ਜੋਗੀ ਵਾਹਿਗੁਰੂ ਆਪ ਬੈਠਾ ਹੋਇਆ। ਨਾਰ ਨਾ ਪੁਰਖ ਕਹੋ ਕੋ ਕੈਸੇ। ਨਾ ਤਾਂ ਉਹ ਨਾਰ ਰੂਪ ਹੈ, ਇਸਤਰੀ ਰੂਪ ਹੈ, ਤੇ ਨਾ ਹੀ ਉਹ ਪੁਰਖ ਰੂਪ ਹੈ। ਕਹੋ ਕੋ ਕੈਸੇ, ਉਹਨੂੰ ਕੋਈ ਕੀ ਕਵੇਗਾ। ਤ੍ਰਿਪਵਨ ਜੋਤ ਰਹੇ ਲਿਵ ਲਾਈ। ਜੋ ਤਿੰਨਾਂ ਭਵਨਾਂ ਦਾ ਮਾਲਕ ਵਾਹਿਗੁਰੂ ਹੈ, ਜਿਹੜੇ ਜੀਵ ਉਹਦੇ ਨਾਲ ਆਪਣੀ ਲਿਵ ਲਾਈ ਰੱਖਦੇ ਨੇ। ਸੁਰ ਨਰ ਨਾਥ ਸੱਚੇ ਸਰਣਾਈ। ਸੰਗਤ ਜੀ ਦੇਵਤੇ, ਮਨੁੱਖ, ਨੌ ਨਾਥ,
ਇਹ ਵੀ ਉਸ ਸੱਚੇ ਵਾਹਿਗੁਰੂ ਦੀ ਚਰਨ ਵਿੱਚ ਆਏ ਨੇ। ਆਨੰਦ ਮੂਲ ਅਨਾਥ ਆਧਾਰੀ। ਉਹ ਵਾਹਿਗੁਰੂ ਪਰਮੇਸ਼ਰ ਆਨੰਦ ਦਾ ਮੂਲ ਸੋਮਾ ਹੈ, ਆਨੰਦ ਦਾ ਮੁੱਢ ਹੈ, ਅਤੇ ਜਿਹੜੇ ਅਨਾਥ ਨੇ, ਯਤੀਮ ਨੇ, ਉਹਨਾਂ ਦਾ ਆਧਾਰੀ ਆਸਰਾ ਰੂਪ ਹੈ। ਗੁਰਮੁਖ ਭਗਤ ਸਹਿਜ ਵਿਚਾਰੀ। ਸੰਗਤ ਜੀ, ਗੁਰਮੁਖਾਂ ਨੇ ਸਹਿਜ ਟਿਕਾਓ ਵਿੱਚ ਵਾਹਿਗੁਰੂ ਦੀ ਭਗਤੀ ਵਿਚਾਰੀ, ਭਗਤੀ ਕੀਤੀ। ਭਗਤ ਵਸ਼ਲ ਪੈ ਕਾਟਣ ਹਾਰੇ। ਜੋ ਭਗਤਾਂ ਦਾ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ, ਸੰਗਤ ਜੀ, ਉਹ ਵਾਹਿਗੁਰੂ ਭਗਤ ਵਚਲ ਭੈ ਕਾਟਣ ਹਾਰੇ। 7 ਪ੍ਰਕਾਰ ਦਾ ਜਿਹੜਾ ਭੈ ਹੈ ਨਾ, ਉਹਨੂੰ ਕੱਟਣ ਵਾਲਾ ਹੈ। ਹਉ ਮੈਂ ਮਾਰ ਮਿਲੈ ਪਗ ਧਾਰੇ। ਔਰ ਜਿਨ੍ਹਾਂ ਨੇ ਆਪਣੇ ਮਨ ਰੂਪੀ ਪੈਰਾਂ ਨੂੰ ਉਸ ਵਾਹਿਗੁਰੂ ਦੇ ਮਾਰਗ ਤੇ ਧਾਰਨ ਕੀਤਾ, ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਵਾਹਿਗੁਰੂ ਨਾਲ ਇਕਮਿਕ ਹੋਏ। ਅਨਕ ਯਤਨ ਕਰ ਕਾਲ ਸੰਤਾਏ। ਸਤਿਗੁਰੂ ਜੀ ਕਹਿੰਦੇ ਮਨਮੁਖ ਪੁਰਖ ਜਿਹੜੇ ਨੇ ਨਾ, ਉਹ ਅਨੇਕਾਂ ਹੀ ਯਤਨ ਕਰਦੇ ਨੇ, ਪਰ ਫਿਰ ਵੀ ਉਹਨਾਂ ਨੂੰ ਕਾਲ ਜਿਹੜਾ ਨਾ ਜੀ ਇਹ ਸੰਤਾਉਂਦਾ ਹੈ, ਦੁੱਖ ਦਿੰਦਾ। ਮਰਨ ਲਿਖਾਏ ਮੰਡਲ ਮਹਿ ਆਏ। ਕਿਉਂਕਿ ਮੌਤ ਲਿਖਵਾ ਕੇ ਇਹ ਜਿਹੜਾ ਮੰਡਲ ਹੈ, ਧਰਤੀ, ਇੱਥੇ ਤਮਾਮ ਜੀਵ ਆਏ ਨੇ। ਜਨਮ ਪਦਾਰਥ ਦੁਬਿਧਾ ਖੋਵੈ। ਦੁਬਿਧਾ ਵਿੱਚ ਪੈ ਕਰਕੇ ਇਹ ਜੀਵ ਆਪਣੇ ਜਨਮ ਪਦਾਰਥ ਨੂੰ ਨਾਸ ਕਰਿਆ ਹੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਇਹ ਜੀਵ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਆਪਾ ਭਾਵ ਨੂੰ ਨਹੀਂ ਚੀਣਦਾ, ਆਪਾ ਭਾਵ ਨੂੰ ਨਹੀਂ ਪਛਾਣਦਾ। ਮੈਂ ਕੀ ਹਾਂ, ਮੈਂ ਕਾਹਦੇ ਵਾਸਤੇ ਆਇਆ ਬਾਤ ਲੋਕ ਵਿੱਚ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭ੍ਰਮ ਭ੍ਰਮ ਰੋਵੇ। ਵਾਰ-ਵਾਰ ਜੰਮਦਾ ਤੇ ਮਰਦਾ ਤੇ ਰੋਂਦਾ ਹੈ। ਕਹਿ ਤਉ ਪੜ ਤਉ ਸੁਣ ਤਉ ਏਕ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਨੇ ਨਾ, ਉਹ ਇੱਕ ਵਾਹਿਗੁਰੂ ਨੂੰ ਕਹਿੰਦੇ ਨੇ, ਇੱਕ ਵਾਹਿਗੁਰੂ ਨੂੰ ਪੜ੍ਹਦੇ ਨੇ, ਤੇ ਇੱਕ ਵਾਹਿਗੁਰੂ ਦੀਆਂ ਹੀ ਵਿਚਾਰਾਂ ਸੁਣਦੇ ਨੇ। ਧੀਰਜ ਧਰਮ ਧਰਣੀ ਧਰ ਟੇਕ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਧਰਨੀ ਧਰ ਵਾਹਿਗੁਰੂ ਪਰਮੇਸ਼ਰ ਜੋ ਧਰਤੀ ਨੂੰ ਆਸਰਾ ਦੇਣ ਵਾਲਾ ਹੈ, ਸੰਗਤ ਜੀ ਧੀਰਜ ਦੇਣ ਵਾਲਾ ਹੈ, ਧਰਮ ਨੂੰ ਟਿਕਾਉਣ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹਦੀ ਟੇਕ ਰੱਖੋ। ਜਤ ਸਤ ਸੰਜਮ ਹਿਰਦੈ ਸਮਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਸਮਾ ਗਿਆ, ਟਿਕ ਗਿਆ, ਉਹਨਾਂ ਦੇ ਜਾਤ ਸਤ ਤੇ ਸੰਜਮ ਇਹ ਸਾਰੇ ਸਫਲੇ ਹੋ ਜਾਂਦੇ ਨੇ। ਚੌਥੇ ਪਦ ਕਉ ਜੇ ਮਨ ਪਤੀ ਆਏ। ਸੰਗਤ ਜੀ, ਜਿਹੜੇ ਪ੍ਰਾਣੀ ਚੌਥੇ ਪਾਦ, ਤੁਰੀਆ ਪਾਦ, ਇਹ ਜਿਹੜੀ ਅਵਸਥਾ ਹੈ ਜਿਨ੍ਹਾਂ ਦਾ ਮਨ ਪਤੀਜ ਜਾਵੇ। ਸਾਚੇ ਨਿਰਮਲ ਮੈਲ ਨਾ ਲਾਗੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੱਚ ਨਾਲ ਜੁੜੇ ਨੇ ਭਾਈ, ਉਹ ਨਿਰਮਲ ਪਵਿੱਤਰ ਨੇ, ਫਿਰ ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਭਰਮ ਭਉ ਭਾਗੈ। ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਉਹਨਾਂ ਦੇ ਅੰਦਰੋਂ 5 ਪ੍ਰਕਾਰ ਦਾ ਭਰਮ ਅਤੇ 7 ਪ੍ਰਕਾਰ ਦਾ ਜਿਹੜਾ ਡਰ ਹੈ ਇਹ ਨਿਵਰਤ ਹੋ ਜਾਂਦਾ। ਸੂਰਤ ਮੂਰਤ ਆਦ ਅਨੂਪ। ਵਾਹਿਗੁਰੂ ਪਰਮੇਸ਼ਰ ਸੰਗਤ ਜੀ ਜੋ ਸੁੰਦਰ ਹੈ, ਮੂਰਤ ਜਿਹਦਾ ਸਰੂਪ ਸੁੰਦਰ ਹੈ, ਆਦ ਰੂਪ ਹੈ ਤੇ ਉਪਮਾ ਤੋਂ ਰਹਿਤ ਹੈ। ਨਾਨਕ ਜਾਚੈ ਸਾਚ ਸਰੂਪ। ਹਜੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਤਾਂ ਉਸ ਸੱਚੇ ਦੇ ਪਾਸੋਂ,
ਸੱਚ ਸਰੂਪ ਵਾਹਿਗੁਰੂ ਦੇ ਪਾਸੋਂ ਇੱਕ ਨਾਮ ਦੀ ਜਾਚਨਾ ਕਰਦੇ ਹਾਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ, ਤਾਂ ਕਿ ਅਸੀਂ ਆਪ ਜੀ ਦੇ ਨਾਮ ਨਾਲ ਜੁੜ ਕੇ ਆਪ ਜੀ ਦੇ ਗੁਣ ਗਾਉਂਦੇ ਰਹੀਏ। ਇਹ ਪਾਵਨ ਉਪਦੇਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਅੱਜ ਦੇ ਪਾਵਨ ਹੁਕਮਨਾਮੇ ਰਾਹੀਂ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ, ਸਾਡੀ ਬਿਰਤੀ ਜਿਹੜੀ ਹੈ ਇਹ ਹੰਸਾਂ ਵਰਗੀ ਬਣ ਜਾਵੇ, ਔਰ ਜਿਹੜੀ ਬਗਲਿਆਂ ਵਰਗੀ ਬਿਰਤੀ ਹੈ ਇਹਦਾ ਤਿਆਗ ਕਰੀਏ। ਹੰਸਾਂ ਵਾਲੀ ਬਿਰਤੀ ਧਾਰ ਕੇ ਗੁਰੂ ਚਰਨਾਂ ਨਾਲ ਸਦੀਵ ਕਾਲ ਜੁੜੇ ਰਹੀਏ। ਤੇ ਸੰਗਤ ਜੀ ਆਪਣੇ ਮਨ ਰੂਪੀ ਪੈਰਾਂ ਦਾ ਖਿਆਲ ਰੱਖੀਏ ਵੀ ਇਹ ਕਿਤੇ ਵਿਕਾਰਾਂ ਦੀ ਛਪੜੀ ਵਿੱਚ, ਇਹ ਕਿਤੇ ਦੰਭੀਆਂ ਪਖੰਡੀਆਂ ਦੇ ਵੱਲ ਨਾ ਤੁਰਨ, ਇਹ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਾ ਜਾਣ। ਇਹ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦਾ ਕੁਟਾਨ ਕੋੜ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਿਆਹ ਪੁਰਬ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।